Hello everybody, I Rajinder Kumar, my colleague Mr. Raman Kamboj, Namaskar. Mr. Kapil Mohan Sood from Namaskar. Education Department Chandigarh. We are here to share the concept of angle sum property of a triangle, that is the sum of interior angles of a triangle is 180 degree. We want to share this idea in Punjabi. ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤ੍ਰਿਭੁਜ ਦੇ ਸਾਰੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇਸ ਤੱਥ ਨੂੰ ਕਈ ਤਰੀਕੇ ਨਾਲ ਸਾਬਿਤ ਕੀਤਾ ਜਾ ਚੁੱਕਿਆ ਹੈ। ਮੇਰੇ ਸਾਥੀ ਰਮਨ ਕੰਬੋਜ ਜੀ ਤੁਹਾਨੂੰ ਇਸ ਤੱਥ ਨੂੰ ਕਾਗਜ਼ ਕੱਟਣ ਦੀ ਵਿਧੀ ਨਾਲ ਸਾਬਿਤ ਕਰਕੇ ਦਿਖਾਉਣਗੇ। ਇਹ ਸਾਡੇ ਕੋਲ ਇੱਕ ਤ੍ਰਿਭੁਜ ਦੀ ਆਕ੍ਰਿਤੀ ਹੈ। ਇਹਦੇ ਉੱਪਰ ਅਸੀਂ ਤਿੰਨ ਕੋਣ 1 ਕੋਣ 2 ਤੇ ਕੋਣ 3 ਜੋ ਕਿ ਅੰਦਰੂਨੀ ਕੋਣ ਹਨ ਇਸ ਤ੍ਰਿਭੁਜ ਦੇ, ਇਹ ਅਸੀਂ ਉੱਪਰ ਮਾਰਕ ਕੀਤੇ ਹੋਏ ਹਨ ਤੇ ਇਹਨਾਂ ਤਿੰਨਾਂ ਕੋਣਾਂ ਨੂੰ ਅਸੀਂ ਕੱਟ ਕੇ ਇੱਕ ਬਿੰਦੂ ਅਸੀਂ ਬਣਾ ਲੈਂਦੇ ਹਾਂ ਤੇ ਇਹਦੇ ਉੱਪਰ ਆਪਾਂ ਕੱਟ ਕੇ ਵਾਰੀ-ਵਾਰੀ ਇਹਨਾਂ ਨੂੰ ਪੇਸਟ ਕਰਕੇ ਤੇ ਦੇਖਾਂਗੇ ਕਿ ਕੀ ਹੁੰਦਾ ਹੈ। ਕੋਣ 1 ਅਸੀਂ ਇਸ ਬਿੰਦੂ ਦੇ ਉੱਪਰ ਰੱਖਿਆ ਹੈ। ਇਹ ਕੋਣ 2 और एक कोण 3। ਅਸੀਂ ਦੇਖ ਰਹੇ ਹਾਂ ਕਿ ਇਹ ਤਿੰਨੋਂ ਕੋਣ ਇੱਕ ਸਿੱਧੀ ਰੇਖਾ ਦੇ ਉੱਪਰ ਕੋਣ 1 ਕੋਣ 2 ਔਰ ਕੋਣ 3 ਸਿੱਧੀ ਰੇਖਾ ਦੇ ਉੱਪਰ ਆ ਗਏ ਹਨ, ਤਾਂ ਜਿਸ ਦਾ ਮਤਲਬ ਹੈ ਕਿ ਇਹ ਤਿੰਨੋਂ ਕੋਣਾਂ ਦਾ ਜੋੜ 180 ਡਿਗਰੀ ਬਣ ਗਿਆ ਹੈ। ਇਸ ਤੱਥ ਨੂੰ ਸਾਬਤ ਕਰਨ ਦੀ ਦੂਸਰੀ ਵਿਧੀ ਹੈ ਕਾਗਜ਼ ਮੋੜਨ ਦੀ ਵਿਧੀ। ਇਸ ਵਿਧੀ ਵਿੱਚ ਰਮਨ ਜੀ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਕਾਗਜ਼ ਦੇ ਤਿੰਨ ਟ੍ਰਾਇੰਗਲ ਦੇ ਤਿੰਨ ਕੋਣਾਂ ਨੂੰ ਮੋੜ ਕੇ ਅਸੀਂ ਇੱਕ ਬਿੰਦੂ ਤੇ ਇਸ ਤਰ੍ਹਾਂ ਸੈੱਟ ਕੀਤਾ ਜਾ ਸਕਦਾ ਹੈ ਕਿ ਉਹਨਾਂ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਬਣ ਜਾਵੇ। ਉਸੇ ਤਰ੍ਹਾਂ ਸਾਡੇ ਕੋਲ ਇੱਕ ਤ੍ਰਿਭੁਜ ਹੈ, ਇਹਦਾ ਕੋਣ ਅੰਦਰੂਨੀ ਕੋਣ 1 ਜਿਹਦਾ ਨਾਮ ਰੱਖਿਆ ਹੋਇਆ ਸੀ ਕੋਣ 2 ਔਰ ਕੋਣ 3। ਹੁਣ ਅਸੀਂ ਇਹਨਾਂ ਨੂੰ ਮੋੜ ਕੇ ਦੇਖਦੇ ਹਾਂ ਔਰ ਤ੍ਰਿਭੁਜ ਦੇ ਅੰਦਰ ਕੋਣ 1 ਕੋਣ 2 ਔਰ ਇਹ ਕੋਣ 3 ਬਿਲਕੁਲ ਉਸੇ ਤਰ੍ਹਾਂ ਇਹ ਤਿੰਨੋਂ ਕੋਣ ਇੱਕ ਸਿੱਧੀ ਰੇਖਾ ਦੇ ਉੱਪਰ ਆ ਗਏ ਹਨ ਤੇ ਅਸੀਂ ਕਹਿ ਸਕਦੇ ਹਾਂ ਕਿ ਕੋਣ 1 ਜਮਾ ਕੋਣ 2 ਔਰ ਕੋਣ 3 ਤਿੰਨਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਅੱਜ ਅਸੀਂ ਤ੍ਰਿਭੁਜ ਦੇ ਤਿੰਨ ਅੰਦਰੂਨੀ ਕੋਣਾਂ ਦਾ ਜੋੜ ਪੈਨਸਿਲ ਘੁਮਾਉਣ ਦੀ ਇੱਕ ਰੋਚਕ ਵਿਧੀ ਨਾਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇੱਕ ਸਿੱਧੀ ਰੇਖਾ ਤੇ ਬਣਿਆ ਕੋਣ 180 ਡਿਗਰੀ ਦਾ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਇੱਕ ਰੇਖਾ ਤੇ ਬਣਿਆ ਕੋਣ 180 ਡਿਗਰੀ ਦਾ ਹੁੰਦਾ ਹੈ। ਜੇਕਰ ਅਸੀਂ ਇੱਕ ਪੈਨਸਲ ਲਈਏ ਤੇ ਅਸੀਂ ਇਸ ਨੂੰ ਇੱਕ ਰੇਖਾ AB ਉੱਤੇ ਰੱਖੀਏ, ਪੈਨਸਿਲ ਦਾ ਸਿਰਾ ਮੱਧ ਵਿੱਚੋਂ ਸਥਿਰ ਕਰਕੇ ਅਗਰ ਅਸੀਂ B ਤੋਂ A ਤੱਕ ਪੈਨਸਿਲ ਨੂੰ ਘੁਮਾਈਏ ਤਾਂ ਇਹ 180 ਡਿਗਰੀ ਦਾ ਐਂਗਲ ਬਣਾਉਂਦੀ ਹੈ। ਇਸ ਤੱਥ ਦੀ ਵਰਤੋਂ ਨਾਲ ਅਸੀਂ ਅੱਜ ਦੀ ਕਿਰਿਆ ਪੂਰੀ ਕਰਾਂਗੇ। ਇੱਕ ਤ੍ਰਿਭੁਜ ABC ਲਵੋ। ਜਿਸ ਵਿੱਚ ਤਿੰਨ ਅੰਦਰੂਨੀ ਕੋਣ ਇਸ ਤ੍ਰਿਭੁਜ ਵਿੱਚ ਤਿੰਨ ਅੰਦਰੂਨੀ ਕੋਣ ਹਨ ਜਿਨ੍ਹਾਂ ਨੂੰ ਅਸੀਂ ਕੋਣ 1 ਕੋਣ 2 ਤੇ ਕੋਣ 3 ਕਹਿ ਕੇ ਚਿੱਤਰ ਅਨੁਸਾਰ AC ਉੱਤੇ ਇੱਕ ਪੈਨਸਿਲ ਰੱਖੋ। A ਉੱਤੇ ਪੈਨਸਿਲ ਦਾ ਸਿਰਾ ਸਥਿਰ ਕਰਕੇ C ਤੋਂ B ਤੱਕ ਪੈਨਸਿਲ ਘੁਮਾਓ। ਪੈਨਸਿਲ ਨੇ ਕੋਣ 1 ਮਾਪ ਲਿਆ ਹੈ। ਹੁਣ B ਬਿੰਦੂ ਉੱਤੇ ਪੈਨਸਿਲ ਦਾ ਸਿਰਾ ਸਥਿਰ ਕਰਕੇ A ਤੋਂ C ਤੱਕ ਪੈਨਸਿਲ ਘੁਮਾਈਏ। ਪੈਨਸਿਲ ਨੇ 1 ਤੋਂ ਬਾਅਦ 2 ਕੋਣ ਮਾਪ ਲਿਆ ਹੈ। ਹੁਣ C ਉੱਤੇ ਸਿਰਾ ਸਥਿਰ ਕਰਕੇ B ਤੋਂ A ਤੱਕ ਘੁਮਾਈਏ ਤਾਂ ਪੈਨਸਿਲ ਨੇ 3 ਕੋਣ ਵੀ ਮਾਪ ਦਿੱਤਾ ਹੈ। ਇਸ ਤਰ੍ਹਾਂ ਪੈਨਸਿਲ ਨੇ ਪਹਿਲਾਂ ਇੱਕ ਕੋਣ ਮਾਪਿਆ ਤੇ ਫਿਰ 2 ਕੋਣ ਮਾਪਿਆ
ਤੇ ਅਖੀਰ ਵਿੱਚ 3 ਕੋਣ ਮਾਪਿਆ। ਜੇਕਰ ਅਸੀਂ ਸਾਰੀ ਕਿਰਿਆ ਨੂੰ ਧਿਆਨ ਨਾਲ ਦੇਖੀਏ ਤਾਂ ਪੈਨਸਿਲ ਨੇ ਸਾਰੀ ਕਿਰਿਆ ਵਿੱਚ 180 ਡਿਗਰੀ ਦਾ ਕੋਣ ਮਾਪਿਆ। ਜਿਵੇਂ ਕਿ ਪਹਿਲਾਂ ਸ਼ੁਰੂ ਵਿੱਚ ਪੈਨਸਿਲ AC ਉੱਤੇ ਸੀ, ਪੈਨਸਿਲ ਅਤੇ 3 ਕੋਣ ਮਾਪਣ ਤੋਂ ਬਾਅਦ ਪੈਨਸਿਲ CA ਉੱਤੇ ਪੁੱਜ ਗਈ। ਜੇਕਰ ਅਸੀਂ ਸਾਰੀ ਕਿਰਿਆ ਨੂੰ ਧਿਆਨ ਨਾਲ ਦੇਖੀਏ ਤਾਂ ਪੈਨਸਿਲ ਪਹਿਲਾਂ AC ਉੱਤੇ ਸੀ ਅਤੇ 3 ਕੋਣ ਮਾਪਣ ਤੋਂ ਬਾਅਦ ਪੈਨਸਿਲ CA ਉੱਤੇ ਪੁੱਜ ਗਈ। ਇਸ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਇੱਕ ਸਿੱਧੀ ਲਾਈਨ ਤੇ ਪੈਨਸਿਲ ਸਰਲ ਕੋਣ ਬਣਾਉਂਦੀ ਹੈ ਤੇ ਇਸ ਸਾਰੀ ਕਿਰਿਆ ਵਿੱਚ ਪੈਨਸਿਲ ਨੇ ਕੋਣ 1 ਜਮਾ ਕੋਣ 2 ਜਮਾ ਕੋਣ 3 ਬਰਾਬਰ 180 ਡਿਗਰੀ ਦਾ ਕੋਣ ਬਣਾ ਕੇ ਤ੍ਰਿਭੁਜ ਦੇ ਸਾਰੇ ਅੰਦਰੂਨੀ ਕੋਣਾਂ ਦਾ ਜੋੜ 180 ਡਿਗਰੀ ਸਿੱਧ ਕਰ ਦਿੱਤਾ ਹੈ। ਮੇਰੇ ਸਾਥੀ ਕਪਿਲ ਮੋਹਨ ਸੂਦ ਇਸ ਤੱਥ ਨੂੰ ICT ਐਨੀਮੇਸ਼ਨ ਦੇ ਨਾਲ ਸਿੱਧ ਕਰਨਗੇ। ਇੱਕ ਤ੍ਰਿਭੁਜ ABC ਵਿੱਚ ਅਸੀਂ ਪੈਨਸਿਲ ਦਾ ਸਿਰਾ A ਤੇ ਸਥਿਰ ਰੱਖ ਕੇ ਦੂਜੇ ਸਿਰੇ ਨੂੰ C ਤੋਂ B ਵੱਲ ਘੁਮਾਇਆ। ਇਸ ਤਰੀਕੇ ਨਾਲ ਸਾਡੇ ਕੋਲ ਕੋਣ 1 ਆਇਆ। ਉਸ ਤੋਂ ਬਾਅਦ ਅਸੀਂ ਪੈਨਸਿਲ ਦਾ ਸਿਰਾ B ਤੇ ਸਥਿਰ ਰੱਖ ਕੇ A ਤੋਂ ਦੂਜੇ ਸਿਰੇ ਨੂੰ A ਤੋਂ C ਵੱਲ ਘੁਮਾਇਆ। ਇਸ ਤਰੀਕੇ ਨਾਲ ਅਸੀਂ ਤ੍ਰਿਭੁਜ ਦਾ ਦੂਸਰਾ ਕੋਣ 2 ਮਾਪਿਆ। ਇਸ ਤੋਂ ਬਾਅਦ ਪੈਨਸਿਲ ਦਾ ਸਿਰਾ C ਉੱਤੇ ਸਥਿਰ ਰੱਖ ਕੇ ਦੂਜੇ ਸਿਰੇ ਨੂੰ B ਤੋਂ A ਵੱਲ ਘੁਮਾਇਆ। ਇਸ ਤਰੀਕੇ ਨਾਲ ਸਾਡੇ ਕੋਲ ਕੋਣ 3 ਆ ਗਿਆ। ਇਸ ਤਰੀਕੇ ਨਾਲ ਅਸੀਂ ਪੈਨਸਿਲ ਦੇ ਤਿੰਨੋਂ ਕੋਣਾਂ ਨੂੰ ਮਾਪਿਆ ਤੇ ਅਸੀਂ ਇਹ ਵੇਖਿਆ ਤ੍ਰਿਭੁਜ ਦੇ ਤਿੰਨੋਂ ਕੋਣਾਂ ਨੂੰ ਮਾਪਣ ਤੋਂ ਬਾਅਦ ਪੈਨਸਿਲ ਦਾ ਸਿਰਾ ਜੋ B ਵੱਲ ਸੀ ਉਹ ਘੁੰਮ ਕੇ A ਵੱਲ ਹੋ ਗਿਆ। ਤੇ ਇਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਜੇ ਇੱਕ ਤ੍ਰਿਭੁਜ ਦੇ ਤਿੰਨੋਂ ਕੋਣਾਂ ਦਾ ਜੋੜ ਕੀਤਾ ਜਾਏ ਤਾਂ ਉਹ 180 ਡਿਗਰੀ ਯਾਨੀ ਕਿ ਸਰਲ ਕੋਣ ਬਣਦਾ ਹੈ।